ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਰਣੋ ਦਸਵੀਂ ਰਾਸ ਕੋ ਸਭ ਸਤਿਗੁਰੂ ਮਨਾਏ। ਬਿਗਨ ਵਿਨਾਸ਼ਨ ਕੋ ਕਰਹਿ ਹੋਵਹਿ ਸਦਾ ਸਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਮਹਾਰਾਜ ਦੀ ਗੋਦ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਰਹੇ ਹੋ। ਗੁਰਬਾਣੀ ਦੇ ਨਿਤਨੇਮ, ਸੋਦਾ ਰਹਿਰਾਸ ਸਾਹਿਬ ਦੇ ਪਾਠ, ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਆਓ ਹੁਣ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ। ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਗੁਰੂ ਘਰ ਤੋਂ ਛੇਕ ਦਿੱਤਾ ਸੀ। ਸਾਡੇ ਮੱਥੇ ਨਾ ਲੱਗੇ, ਜਿਸ ਨੇ ਬਾਣੀ ਦਾ ਅਦਬ ਨਹੀਂ ਕੀਤਾ ਉਹ ਸਾਡਾ ਨਹੀਂ ਹੈ। ਇੰਨਾ ਸਖਤ ਰਵੱਈਆ ਗੁਰੂ ਸਾਹਿਬ ਨੇ ਕਿਉਂ ਅਪਣਾਇਆ ਵੀ ਆਉਣ ਵਾਲੇ ਸਮੇਂ 'ਚ ਵੀ ਕੋਈ ਇਨਸਾਨ ਗੁਰੂ ਦੀ ਬਾਣੀ ਤੇ ਕਿੰਤੂ ਪਰੰਤੂ ਨਾ ਕਰੇ। ਗੁਰਬਾਣੀ ਸਾਡੇ ਜੀਵਨ ਦੀ ਥੰਮੀ ਹੈ, ਭਾਵੇਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਭਾਵੇਂ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਭਾਵੇਂ ਭਾਈ ਗੁਰਦਾਸ ਜੀ ਦੀ, ਭਾਈ ਨੰਦ ਲਾਲ ਜੀ ਦੀ ਬਾਣੀ ਹੈ। ਗੁਰੂ ਕੀ ਬਾਣੀ ਸਾਡੇ ਜੀਵਨ ਦੀ ਥੰਮੀ ਹੈ, ਆਧਾਰ ਹੈ, ਬੇਸ ਹੈ। ਜਦੋਂ ਇਹਦੇ 'ਤੇ ਕੋਈ ਕਿੰਤੂ ਕਰਦਾ ਉਹ ਸਿੱਖੀ ਤੋਂ ਥਿੜਕ ਜਾਂਦਾ, ਉਹ ਸਿੱਖ ਨਹੀਂ ਹੈ। ਜਿਨ ਪੈ ਅਦਬ ਨਾ ਬਾਣੀ ਤਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਇਹ ਗੁਰੂ ਸਾਹਿਬ ਦਾ ਫੈਸਲਾ ਹੈ। ਪਰ ਅੱਜ ਕਲਯੁਗ ਦੇ ਸਮੇਂ ਵਿੱਚ ਲੱਖਾਂ ਹੀ ਲੋਕ ਇਸ ਕੁਰਾਹੇ 'ਤੇ ਪੈ ਗਏ ਹਨ, ਪਰ ਉਹਦੇ 'ਚ ਬਾਣੀ ਦਾ ਕੋਈ ਨੁਕਸਾਨ ਨਹੀਂ ਹੋਣਾ, ਇਹਨਾਂ ਦਾ ਆਪਣਾ ਹੀ ਨੁਕਸਾਨ ਹੋਣਾ ਹੈ। ਬਹੁਤ ਖੁਆਰੀ ਹੋਵੇਗੀ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਸੋ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਨਾਲ ਜੁੜੀਏ। 9 ਰਾਸਾਂ ਇਸ ਗ੍ਰੰਥ ਦੀਆਂ ਪੂਰਨ ਹੋ ਚੁੱਕੀਆਂ ਨੇ। 10ਵੀਂ ਰਾਸ ਦੀ ਕਥਾ ਆਰੰਭ ਹੋ ਰਹੀ ਹੈ। ਭਾਈ ਸਾਹਿਬ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ 12 ਰਾਸਾਂ 6 ਰੁੱਤਾਂ 2 ਐਨਾਂ ਵਿੱਚ ਲਿਖਿਆ ਹੈ, ਜਿਹਦੇ 'ਚੋਂ 9 ਰਾਸਾਂ ਪੂਰਨ ਹੋਈਆਂ ਨੇ। 10ਵੀਂ ਰਾਸ ਅੱਜ ਆਰੰਭ ਹੋਈ ਹੈ। ਇੱਥੋਂ ਕਥਾ ਦਾ ਆਨੰਦ ਮਾਣੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਰਣੋ ਦਸਵੀਂ ਰਾਸ ਕੋ। ਭਾਈ ਸਾਹਿਬ ਜੀ ਕਹਿੰਦੇ 10ਵੀਂ ਰਾਸ ਦੀ ਕਥਾ ਵਰਣਨ ਕਰਦੇ ਹਾਂ। ਸਭ ਸਤਿਗੁਰੂ ਮਨਾਏ। ਸਤਿਗੁਰੂ ਮਹਾਰਾਜ ਜੀ ਨੂੰ 10 ਪਾਤਸ਼ਾਹੀਆਂ ਨੂੰ ਯਾਦ ਕਰਕੇ ਬਿਗਨ ਵਿਨਾਸ਼ਨ ਕੋ ਕਰਹਿ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ, ਸਾਰੇ ਬਿਘਨਾਂ ਦਾ ਨਾਸ ਹੋਵੇ। ਹੋਵਹਿ ਸਦਾ ਸਹਾਏ। ਔਰ ਸਦਾ ਹੀ ਗੁਰੂ ਦੀ ਸਹਾਇਤਾ ਬਖਸ਼ਿਸ਼ ਸਾਨੂੰ ਪ੍ਰਾਪਤ ਹੋਵੇ। ਚੌਪਈ ਕੀਰਤਪੁਰ ਕੇ ਤਕ ਦਿਨ ਬਾਸੇ। ਔਰ ਕੁਝ ਦਿਨ ਮਹਾਰਾਜ ਕੀਰਤਪੁਰ ਸਾਹਿਬ ਵਿੱਚ ਵਸੇ ਹਨ। ਦਾਸ ਉਦਾਹਰਣ ਬਿਲਸ ਬਿਲਾਸੇ। ਆਪਣੇ ਦਾਸਾਂ ਦਾ ਉਧਾਰ ਕਰਨ ਵਾਸਤੇ ਪਾਤਸ਼ਾਹ ਜੀ ਕੌਤਕ ਕਰਦੇ ਹਨ। ਨੀਤੀ ਮਾਤਾ ਦੋਨੋਂ ਭਰਾਤਾ। ਮਾਤਾ ਨੀਤੀ ਜੀ ਜਿਹੜੀ ਗੁਰੂ ਹਰਿਰਾਏ ਸਾਹਿਬ ਦੀ ਮਾਤਾ ਹੈ, ਉਹਨਾਂ ਦੇ 2 ਪੁੱਤਰ ਹਨ। ਵੱਡੇ ਬਾਬਾ ਧੀਰਮਲ ਜੀ ਜੋ ਕਰਤਾਰਪੁਰ ਦੇ ਵਿੱਚ ਹਨ, ਅਤੇ ਛੋਟੇ ਗੁਰੂ ਹਰਿਰਾਏ ਸਾਹਿਬ ਜੋ ਕੀਰਤਪੁਰ ਸਾਹਿਬ ਦੇ ਵਿੱਚ ਹਨ। ਮਾਤਾ ਦੋਵਾਂ ਪੁੱਤਰਾਂ ਨੂੰ ਪਿਆਰ ਕਰਦੀ ਹੈ। ਪ੍ਰਿਥਕ ਪ੍ਰਿਥਕ ਜਾਣੇ ਨਿਜ ਤਾਤਾ। ਉਹਨੇ ਵੇਖਿਆ ਵੀ ਦੋਵੇਂ ਪੁੱਤਰ ਵੱਖਰੀ ਵੱਖਰੀ ਥਾਂ 'ਤੇ ਰਹਿ ਰਹੇ ਨੇ, ਔਰ ਕਈ ਸਾਲ ਹੋ ਗਏ ਨੇ। ਦੋਵਾਂ ਪੁੱਤਰਾਂ ਦਾ ਆਪਸ 'ਚ ਮੇਲ ਨਹੀਂ ਹੋ ਸਕਿਆ। ਹਿਤ ਕੇ ਮਧੁਰ ਬਚਨ ਕਹਿ ਕਰਕੇ। ਮਾਤਾ ਨੀਤੀ ਜੀ ਨੇ ਦੋਵਾਂ ਪੁੱਤਰਾਂ ਨੂੰ ਪ੍ਰੇਮ ਦੇ ਨਾਲ ਸਮਝਾਇਆ। ਖਾਸ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ। ਚਹਤ ਮਿਲਾਵਨ ਕੋ ਸੁਖ ਧਰ ਕੇ। ਮਾਤਾ ਚਾਹੁੰਦੀ ਹੈ ਵੀ ਦੋਵੇਂ ਪੁੱਤਰ ਇੱਕ ਵਾਰੀ ਮੇਰੇ ਹੁੰਦਿਆਂ ਇਕੱਠੇ ਹੋ ਜਾਣ, ਮਿਲ ਜਾਣ ਆਪਸ ਵਿੱਚ। ਸ਼੍ਰੀ ਹਰਿ ਰਾਏ ਸੰਗ ਬਹੁ ਕਹਿਓ। ਮਾਤਾ ਨੀਤੀ ਜੀ ਨੇ ਗੁਰੂ ਹਰਿਰਾਏ ਸਾਹਿਬ ਨੂੰ ਬਹੁਤ ਵਾਰੀ ਇਹ ਗੱਲ ਕਹੀ, ਬਾਰ-ਬਾਰ ਆਖਿਆ, ਗੁਰਤਾ ਪਦ ਦੀ ਰਕ ਤੁਮ ਲਹਿਓ। ਮਹਾਰਾਜ ਤੁਸੀਂ ਵੱਡੀ ਥਾਂ 'ਤੇ ਹੋ, ਗੁਰਤਾ ਗੱਦੀ 'ਤੇ ਬਿਰਾਜਮਾਨ ਹੋ। ਗੁਰਿਆਈ ਦੀ ਪਦਵੀ ਸਾਰਿਆਂ ਤੋਂ ਵੱਡੀ ਹੈ। ਵੱਡੇ ਭਰਾਤ ਸੋ ਰੱਖ ਹਮੇਲ। ਤੁਸੀਂ ਆਪਣੇ ਵੱਡੇ ਭਰਾ ਬਾਬੇ ਧੀਰਮਲ ਨਾਲ ਵੀ ਮੇਲ ਰੱਖੋ। ਗੁਰਿਆਈ ਤਾਂ ਤੁਹਾਨੂੰ ਮਿਲੀ ਹੈ, ਪਰ ਵੱਡੇ ਭਰਾ ਦਾ ਸਤਿਕਾਰ ਪਿਆਰ ਬਣਿਆ ਰਹੇਗਾ।
ਘਰ 'ਚ ਏਕਤਾ ਹੋਵੇਗੀ। ਤੁਸੀਂ ਆਪਣੇ ਭਰਾ ਨਾਲ ਮੇਲ ਮਿਲਾਪ ਕਰੋ। ਚਲੋ ਪਿਤਾਮੇਪੁਰ ਕੇ ਗੈਲ। ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਧਰਤੀ ਕਰਤਾਰਪੁਰ ਸਾਹਿਬ ਜਲੰਧਰ ਚੱਲੀਏ, ਨਾਲੇ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਾਂਗੇ ਤੇ ਨਾਲੇ ਬਾਬੇ ਧੀਰਮਲ ਨੂੰ ਵੀ ਮਿਲਾਂਗੇ। ਇਤਿਆਦਿਕ ਜਨਨੀ ਬਹੁ ਭਾਖਾ। ਇਸ ਤਰ੍ਹਾਂ ਮਾਤਾ ਜੀ ਨੇ, ਮਾਤਾ ਨੱਤੀ ਜੀ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਾਰ-ਬਾਰ ਬੇਨਤੀ ਕੀਤੀ ਹੈ। ਪੁਰ ਕਰਤਾਰ ਚੱਲਣ ਕੀ ਕਾਂਖਾ। ਕਿਉਂਕਿ ਮਾਤਾ ਜੀ ਦੀ ਇੱਛਾ ਸੀ ਵੀ ਮੇਰੇ ਹੁੰਦਿਆਂ ਦੋਵੇਂ ਪੁੱਤਰ ਆਪਸ ਵਿੱਚ ਇਕੱਠੇ ਹੋ ਕੇ ਬੈਠਣ, ਮਿਲਾਪ ਬਣੇ, ਪ੍ਰੇਮ ਬਣੇ। ਨਿਜ ਮਸੰਦ ਧੀਰਮਲ ਏਕ। ਕਹਿੰਦੇ ਬਾਬਾ ਧੀਰਮਲ ਨੇ ਵੀ ਆਪਣਾ ਇੱਕ ਮਸੰਦ ਭੇਜਿਓ ਤਬ ਕਹਿ ਬਾਤ ਅਨੇਕ। ਬੜੀਆਂ ਸਿੱਖਿਆ ਸਿਖਾ ਕੇ ਪ੍ਰੇਮ ਨਾਲ ਭੇਜਿਆ ਵੀ ਗੁਰੂ ਸਾਹਿਬ ਨੂੰ ਕਹੋ ਵੀ ਆਪਸ ਵਿੱਚ ਆਪਣੇ ਭਰਾਵਾਂ ਦੀ ਕੋਈ ਵਿਰੋਧਤਾ ਨਹੀਂ, ਤੁਸੀਂ ਕਿਰਪਾ ਕਰਕੇ ਇੱਕ ਵਾਰੀ ਕਰਤਾਰਪੁਰ ਆ ਜਾਓ ਤੇ ਆਪਾਂ ਇਕੱਠੇ ਹੋਈਏ ਦੋਵੇਂ ਭਾਈ। ਆਪਣੇ ਘਰ ਮਹਿ ਇਹ ਵਡਿਆਈ। ਬਾਬੇ ਧੀਰਮਲ ਨੇ ਸਿਖਾ ਕੇ ਸਿਆਣਾ ਮਸੰਦ ਭੇਜਿਆ। ਉਹਨੇ ਆ ਕੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਿਹਾ ਵੀ ਮਹਾਰਾਜ ਆਪਣੇ ਘਰ 'ਚ ਵਡਿਆਈ ਆਈ ਹੈ, ਤੁਸੀਂ ਗੁਰਤਾ ਗੱਦੀ ਤੇ ਬੈਠੇ ਹੋ, ਮੈਨੂੰ ਤੁਹਾਡੀ ਗੁਰਤਾ ਗੱਦੀ ਤੇ ਕੋਈ ਇਤਰਾਜ਼ ਨਹੀਂ ਹੈ, ਮੈਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਸ਼ੰਕਾ ਨਹੀਂ ਹੈ। ਹਮ ਤੁਮ ਏਕ ਮਾਤ ਤੇ ਭਾਈ। ਅਸੀਂ ਦੋਵੇਂ ਭਰਾ ਇੱਕੋ ਮਾਂ ਦੇ ਜਾਏ ਹੋਏ ਹਾਂ, ਇੱਕੋ ਪਿਤਾ ਦੇ ਪੁੱਤਰ ਹਾਂ ਬਾਬਾ ਗੁਰਦਿੱਤਾ ਜੀ ਦੇ। ਅਪਰ ਸ਼ਰੀਕ ਲੇਤ ਜੇ ਕੋਈ। ਜੇ ਆਪਣਾ ਕੋਈ ਸ਼ਰੀਕ ਹੋਰ ਗੱਦੀ ਲੈ ਜਾਂਦਾ ਫਿਰ ਆਪਾਂ ਕੀ ਕਰਨਾ ਸੀ। ਨਹ ਆਛੀ ਹਮ ਕੋ ਕਿਮ ਸੋਈ। ਉਹ ਸਾਡੇ ਲਈ ਚੰਗਾ ਨਹੀਂ ਸੀ, ਪਰ ਹੁਣ ਚੰਗਾ ਵੀ ਤੁਸੀਂ ਗੱਦੀ ਤੇ ਬੈਠੇ ਹੋ ਤੇ ਮੈਂ ਤੁਹਾਡਾ ਵੱਡਾ ਭਾਈ ਹਾਂ, ਮੇਰਾ ਤੁਹਾਡੇ ਨਾਲ ਕੋਈ ਵਿਰੋਧ ਨਹੀਂ ਹੈ। ਕਿਰਪਾ ਕਰੋ ਆਵਹੁ ਪੁਰ ਮਾਹੀ। ਕਿਰਪਾ ਕਰੋ ਆਪ ਜੀ ਮਿਹਰ ਕਰਕੇ ਨਗਰ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਤਸ਼ਰੀਫ ਲਿਆਓ, ਆਪਣੇ ਪਵਿੱਤਰ ਚਰਨ ਪਾਓ। ਏਕੋ ਸਦਨ ਭੇਦ ਕੋ ਨਾਹੀ। ਤੁਹਾਡਾ ਸਾਡਾ ਇੱਕੋ ਹੀ ਘਰ ਹੈ, ਮਾਤਾ ਪਿਤਾ ਇੱਕ ਹਨ, ਘਰ ਆਪਣਾ ਇੱਕੋ ਹੈ, ਆਪਣੇ 'ਚ ਕੋਈ ਫਰਕ ਨਹੀਂ ਹੈ। ਸ਼੍ਰੀ ਹਰਿ ਰਾਏ ਸ਼ਾਂਤ ਚਿਤ ਧੀਰਾ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਬਾਬੇ ਧੀਰਮਲ ਦੀ ਇਹ ਬੇਨਤੀ ਜਿਹੜੀ ਮਸੰਦ ਨੇ ਆ ਕੇ ਕੀਤੀ, ਬੜੇ ਪ੍ਰੇਮ ਨਾਲ ਸੁਣੀ ਹੈ। ਬੜੇ ਧੀਰਜਵਾਨ ਸਨ ਸਤਵੇਂ ਪਾਤਸ਼ਾਹ, ਬੜੇ ਗਹਿਰ ਗੰਭੀਰ ਸਨ। ਉਹਨਾਂ ਨੇ ਆਪਣੇ ਭਾਈ ਦੀ ਗੱਲ ਸੁਣੀ ਔਰ ਸਮਝੀ ਹੈ। ਕਹੀ ਮਾਤ ਕੀ ਮਾਨ ਗਹੀਰਾ। ਔਰ ਆਪਣੀ ਮਾਤਾ ਦਾ ਬਚਨ ਵੀ ਮੰਨਿਆ ਹੈ, ਕਿਉਂਕਿ ਮਾਤਾ ਬੜੇ ਚਿਰਾਂ ਤੋਂ ਕਹਿੰਦੀ ਸੀ ਗੁਰੂ ਸਾਹਿਬ ਨੂੰ ਕਿ ਆਪਾਂ ਕਰਤਾਰਪੁਰ ਚੱਲੀਏ, ਤੁਸੀਂ ਮੈਨੂੰ ਵੀ ਕਰਤਾਰਪੁਰ ਲੈ ਚੱਲੋ ਤੇ ਦੋਵੇਂ ਭਰਾ ਇਕੱਠੇ ਹੋਵੋ ਤੇ ਪਰਿਵਾਰ ਸਾਰਾ ਮਿਲੇਗਾ, ਆਪਸ ਵਿੱਚ ਪ੍ਰੇਮ ਬਣੇਗਾ। ਇਹ ਗੱਲ ਮਾਤਾ ਬਾਰ-ਬਾਰ ਕਹਿ ਰਹੀ ਸੀ। ਤਿਆਰੀ ਕਰੀ ਅਰੂਢਨ ਕੇਰੀ। ਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੀ ਮਾਤਾ ਦਾ ਬਚਨ ਮੰਨ ਕੇ ਔਰ ਧੀਰਮਲ ਦਾ ਸੱਦਾ ਸੁਣ ਕੇ ਕਰਤਾਰਪੁਰ ਨੂੰ ਜਾਣ ਦੀਆਂ ਤਿਆਰੀਆਂ ਕਰ ਲਈਆਂ। ਸਭ ਮਹਿ ਸੁਧ ਬਿਦ ਤੀ ਤਿਸ ਬੇਰੀ। ਸਾਰੇ ਕੀਰਤਪੁਰ ਸਾਹਿਬ ਵਿੱਚ ਸਾਰੀਆਂ ਫੌਜਾਂ ਨੂੰ, ਸਾਰੇ ਸਿੱਖਾਂ ਨੂੰ ਹੁਕਮ ਪਹੁੰਚ ਗਿਆ ਵੀ ਗੁਰੂ ਸਾਹਿਬ ਨੇ ਕਰਤਾਰਪੁਰ ਜਾਣਾ ਭਾਈ, ਸਾਰੇ ਤਿਆਰੀਆਂ ਕਰ ਲਓ, ਆਪਣੇ ਆਪਣੇ ਘੋੜੇ ਕੱਸ ਲਓ ਤੇ ਗੁਰੂ ਸਾਹਿਬ ਦੇ ਨਾਲ ਸਾਰੀ ਫੌਜ ਜਾਏਗੀ। ਦੁੰਦਬ ਚੋਬਨ ਹਨੇ ਬਜਾਏ। ਨਗਾਰਿਆਂ ਤੇ ਚੋਭਾਂ ਲਾ ਕੇ, ਨਿਸ਼ਾਨਾਂ ਦੇ ਫਰਲੇ ਖੋਲ ਕੇ ਫੌਜਾਂ ਤੁਰਨਗੀਆਂ। ਤਿਆਰੀ ਸਕਲ ਸੈਨ ਕਰਵਾਏ। 2200 ਘੋੜ ਸਵਾਰ ਫੌਜਾਂ ਗੁਰੂ ਹਰਿਰਾਏ ਸਾਹਿਬ ਦੀਆਂ, ਸਾਰੀ ਫੌਜ ਨੇ ਤਿਆਰੀ ਕੀਤੀ ਹੈ। ਪਰੇ ਤੁਰੰਗਨ ਪਰ ਬਰ ਜੀਨ। ਘੋੜਿਆਂ ਤੇ ਕਾਠੀਆਂ ਪੈ ਗਈਆਂ ਹਨ। ਗੁਰੂ ਹਰਿਰਾਏ ਸਾਹਿਬ ਦੀ ਫੌਜ ਤਿਆਰ ਹੋ ਗਈ ਹੈ। ਬਸਤਰ ਸ਼ਸਤਰ ਭਟ ਧਾਰਨ ਕੀਨ। ਸੂਰਮਿਆਂ ਨੇ ਸ਼ਸਤਰ ਬਸਤਰ ਧਾਰਨ ਕਰ ਲਏ ਹਨ। ਚੜੇ ਪਾਲਕੀ ਸ਼੍ਰੀ ਹਰਿ ਰਾਏ। ਗੁਰੂ ਸਾਹਿਬ ਆਪ ਪਾਲਕੀ ਦੀ ਸਵਾਰੀ ਕੀਤੀ, ਬੜੀ ਸੁੰਦਰ ਪਾਲਕੀ 'ਚ ਬਿਰਾਜੇ ਹਨ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ। ਚਮਤਕਾਰ ਦੀਪਕ ਬਹ ਪਾਏ। ਜਿਹੜੀ ਪਾਲਕੀ ਬੜੀ ਚਮਤਕਾਰ ਕਰਦੀ ਹੈ, ਸੁਨਹਿਰੀ ਕਲਸ਼ ਜਿਸ ਤੇ ਲੱਗਾ ਹੋਇਆ, ਦੂਰੋਂ ਲਿਸ਼ਕਾਰੇ ਪੈਂਦੇ ਵੀ ਮਹਾਰਾਜ ਦੀ ਪਾਲਕੀ ਆ ਰਹੀ ਹੈ। ਕੰਚਨ ਲੱਗਿਆ ਗੋਲ ਗਨ ਮੋਤੀ। ਕਹਿੰਦੇ ਸੋਨਾ ਲੱਗਾ ਹੋਇਆ ਪਾਲਕੀ ਦੇ ਉੱਤੇ ਤੇ ਗੋਲ ਮੋਤੀ ਲੱਗੇ ਹੋਏ ਹਨ। ਲੜੀ ਝਾਲਰਾ ਜੋਤ ਉਦੋਤੀ। ਮੋਤੀਆਂ ਦੀਆਂ ਝਾਲਰਾਂ ਲੜੀਆਂ ਆਲੇ ਦੁਆਲੇ ਝਲਕਦੀਆਂ, ਦੂਰੋਂ ਪਤਾ ਲੱਗਦਾ ਵੀ ਸ਼ਹਿਨਸ਼ਾਹ ਪਾਤਸ਼ਾਹ
ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਪਾਲਕੀ ਹੈ ਇਹ। ਸਰਬ ਸਨੂਖਾ ਕੇ ਰਸਮੇਤੀ, ਮਾਤਾ ਨੱਤੀ ਜੀ ਆਪਣੇ ਡੋਲੇ ਲੈ ਕੇ ਆਪਣੀ ਨੂੰਹਾਂ ਦੇ, ਡੋਰੇ ਸਿਆੰਦਨ ਮਹਿ ਚੜਨੇਤੀ, ਮਾਤਾ ਨੱਤੀ ਜੀ ਆਪਣੀ ਨੂੰਹਾਂ ਨੂੰ ਲੈ ਕੇ ਡੋਲਿਆਂ ਵਿੱਚ ਬੈਠ ਗਈ ਹੈ। ਗਮਨੀ ਸੰਗ ਹਰਖ ਕਹ ਧਾਰਾ, ਬੜੀ ਖੁਸ਼ੀ ਦੇ ਨਾਲ ਮਾਤਾ ਨੇਤੀ ਜੀ ਚੱਲੇ ਹਨ। ਤਟ ਥਿਰ ਸਤਦਰਵ ਤੀਰ ਨਿਹਾਰਾ, ਔਰ ਸਾਧ ਸੰਗਤ ਜੀ ਦਰਿਆ ਸਤਲੁਜ ਦੇ ਕੰਢੇ ਤੇ ਪਹੁੰਚ ਕੇ ਦਰਿਆ ਦਾ ਕਿਨਾਰਾ ਵੇਖਿਆ ਹੈ। ਕੀਰਤਪੁਰ ਸਾਹਿਬ ਦੇ ਨਾਲ ਹੀ ਦਰਿਆ ਵਗਦਾ ਸਤਲੁਜ। ਇੱਥੋਂ ਬੇੜੀਆਂ ਦੇ ਨਾਲ ਪਾਰ ਹੁੰਦੇ ਸਨ। ਫਿਰ ਅੱਗੇ ਦੁਆਬੇ ਦੇਸ਼ ਵਿੱਚ ਜਾਣਾ ਹੈ। ਕੇਵਟ ਤਰੀ ਲਿਆਏ ਤਤਕਾਲਾ, ਮਲਾਵਾਂ ਨੂੰ ਹੁਕਮ ਹੋਇਆ ਤੇ ਉਹ ਆਪਣੀਆਂ ਬੇੜੀਆਂ ਲੈ ਕੇ ਕਿਨਾਰੇ ਤੇ ਆ ਗਏ। ਸਰਤਾ ਸਰਬ ਤਰਾਏ ਉਤਾਲਾ, ਉਹਨਾਂ ਕਿਸ਼ਤੀਆਂ 'ਚ ਬੇੜੀਆਂ ਦੇ ਵਿੱਚ ਮਹਾਰਾਜ ਨੇ ਘੋੜੇ, ਹਾਥੀ, ਪਾਲਕੀਆਂ, ਰੱਥ, ਡੋਲੇ ਸਵਾਰ ਕਰਾਏ ਨੇ। ਫੌਜਾਂ ਸਮੇਤ ਸਤਵੇਂ ਪਾਤਸ਼ਾਹ ਜੀ ਪਾਰਲੇ ਪਾਸੇ ਦੁਆਬੇ ਵਾਲੇ ਪਾਸੇ ਜਾ ਉਤਰੇ ਨੇ। ਸੈਨਾ ਸਹਿਤ ਸਮਾਜ ਬਿਸਾਲੇ, ਔਰ ਸਾਰੀ ਫੌਜ ਸੈਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲੇ ਹਨ। ਪਰੇ ਪਾਰ ਤਟ ਮਾਰਗ ਚਾਲੇ, ਔਰ ਪਰਲੇ ਪਾਸੇ ਜਾ ਕੇ ਰਾਹ ਪੈ ਗਏ ਹਨ। ਇੱਥੋਂ ਕੀਰਤਪੁਰ ਸਾਹਿਬ ਤੋਂ ਜਿਹੜਾ ਕਰਤਾਰਪੁਰ ਨੂੰ ਰਸਤਾ ਜਾਂਦਾ ਹੈ, ਦੁਆਬੇ ਦੇਸ਼ ਦੇ ਵਿੱਚੋਂ ਦੀ ਲੰਘਦੇ ਜਾ ਰਹੇ ਹਨ। ਕ੍ਰਮ ਕ੍ਰਮ ਪੰਥ ਉਲੰਘਤ ਭਏ, ਰਸਤੇ ਵਿੱਚ ਕਈ ਨਗਰਾਂ, ਸ਼ਹਿਰਾਂ, ਪਿੰਡਾਂ 'ਚੋਂ ਤਾਰਦੇ ਹੋਏ ਦੁਆਬੇ ਦੀ ਸੰਗਤ ਨੂੰ ਸਿੱਖੀ ਦਾ ਪ੍ਰਚਾਰ ਕਰਦੇ ਹੋਏ, ਪੜਾਂ ਕਰਦੇ ਹੋਏ ਪਿੰਡਾਂ ਸ਼ਹਿਰਾਂ 'ਚ ਰੁਕਦੇ ਜਾਂਦੇ, ਰਾਤ ਪੈਂਦੀ ਰੁਕ ਜਾਂਦੇ ਹਨ। ਸੰਗਤਾਂ ਬਹੁਤ ਪ੍ਰੇਮ ਨਾਲ ਘੋੜਿਆਂ ਨੂੰ ਘਾਹ ਪੱਠਾ ਲਿਆ ਕੇ ਭੇਟਾ ਕਰਦੀਆਂ, ਲੰਗਰ ਵਾਸਤੇ ਦੁੱਧ, ਦਹੀਂ, ਦਾਲਾਂ, ਸਬਜ਼ੀਆਂ, ਆਟਾ ਸੇਵਾ ਕਰਦੀਆਂ। ਉੱਥੇ ਸਿੱਖੀ ਦਾ ਪ੍ਰਚਾਰ ਹੁੰਦਾ ਹੈ, ਕਥਾ ਕੀਰਤਨ। ਫਿਰ ਅਗਲੇ ਪੜਾਂ 'ਤੇ ਜਾ ਰੁਕਦੇ ਹਨ। ਇਸ ਤਰ੍ਹਾਂ ਕਰਮ ਲੰਘਦੇ ਹੋਏ ਸਤਿਗੁਰੂ ਮਹਾਰਾਜ ਜੀ ਕਰਤਾਰਪੁਰ ਪਹੁੰਚ ਗਏ ਹਨ। ਸ਼੍ਰੀ ਕਰਤਾਰਪੁਰਾ ਨਿਆਰੇ, ਸ੍ਰੀ ਕਰਤਾਰਪੁਰ ਸਾਹਿਬ ਨਗਰੀ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਜੋ ਵਸਾਈ ਹੈ, ਉਹ ਗੁਰੂ ਹਰਿਰਾਏ ਸਾਹਿਬ ਉੱਥੇ ਜਾ ਪਹੁੰਚੇ ਹੈ। ਗੁਰੂ ਦੀ ਨਗਰੀ ਕਰਤਾਰਪੁਰ ਨੇੜੇ ਆ ਗਈ ਜਦੋਂ ਆਗਿਆ ਲੈਣ ਧੀਰਮਲ ਆਇਓ, ਬਾਬਾ ਧੀਰਮਲ ਜੀ ਆਪਣੇ ਨਾਲ ਬਹੁਤ ਸਾਰੇ ਮਸੰਦਾਂ ਨੂੰ ਅਤੇ ਬਹੁਤ ਸਾਰੇ ਸਿੱਖਾਂ ਨੂੰ ਲੈ ਕੇ ਗੁਰੂ ਹਰਿਰਾਏ ਸਾਹਿਬ ਦਾ ਸਵਾਗਤ ਕਰਨ ਲਈ ਬਾਹਰ ਨਿਕਲ ਕੇ ਆਇਆ ਹੈ। ਅਨਜ ਸਮਾਜ ਭਿਖਿਓ ਬਿਰਧਾਇਓ, ਜਦੋਂ ਬਾਬੇ ਧੀਰਮਲ ਨੇ ਆਪਣੇ ਛੋਟੇ ਭਾਈ ਗੁਰੂ ਹਰਿਰਾਏ ਸਾਹਿਬ ਦਾ ਸਾਜੋ ਸਮਾਨ ਵੇਖਿਆ, ਪ੍ਰਤਾਪ ਦੇਖਿਆ, ਰਾਜਿਆਂ ਮਹਾਰਾਜਿਆਂ ਵਰਗੀ ਸੋਭਾ ਵੇਖੀ ਹੈ। ਮਿਲੇ ਪਰਸਪਰ ਹਰਖ ਉਪਾਵਤ, ਦੋਵੇਂ ਭਰਾ ਇੱਕ ਦੂਜੀ ਨੂੰ ਬੜੀ ਖੁਸ਼ੀ ਨਾਲ ਮਿਲੇ ਹਨ। ਗੁਰੂ ਹਰਿਰਾਏ ਸਾਹਿਬ ਤੇ ਬਾਬਾ ਧੀਰਮਲ ਸਕੇ ਭਰਾ ਸਨ। ਬਾਬੇ ਗੁਰਦਿੱਤੇ ਦੇ ਬੇਟੇ ਸਨ। ਆਪਸ ਵਿੱਚ ਕਾਫੀ ਸਮੇਂ ਤੋਂ ਵਿਛੜੇ ਹੋਏ ਸਨ, ਕਿਉਂਕਿ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਨੇ, ਉਦੋਂ ਵੀ ਬਾਬਾ ਧੀਰਮਲ ਨੂੰ ਗੁਰੂ ਸਾਹਿਬ ਨੇ ਕੋਲ ਬੁਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਧੀਰਮਲ ਦੇ ਵਿੱਚ ਅੰਦਰ ਇਹ ਸੀ ਮੈਂ ਗੁਰੂ ਬਣਨਾ ਹੈ। ਸੋ ਗੁਰੂ ਦੇ ਬਚਨ ਮੰਨਣ ਵਾਲਾ ਨਹੀਂ ਸੀ। ਗੱਦੀ ਲਾ ਕੇ ਬਹਿ ਗਿਆ, ਆਪਣੀ ਪੂਜਾ ਕਰਾਉਣ ਲੱਗ ਪਿਆ ਕੀਰਤਪੁਰ ਸਾਹਿਬ। ਇਸ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਹਨੂੰ ਭਜਾਤਾ ਸੀ ਇੱਥੋਂ। ਤੋ ਉਸ ਕਰਕੇ ਕਾਫੀ ਚਿਰ ਦੀ ਦੂਰੀ ਬਣੀ ਹੋਈ ਸੀ। ਪਰ ਅੱਜ ਜਦੋਂ ਸਤਵੇਂ ਪਾਤਸ਼ਾਹ ਜੀ ਗਏ ਹਨ, ਗੁਰੂ ਹਰਿਰਾਏ ਸਾਹਿਬ ਜੀ, ਬਾਬਾ ਧੀਰਮਲ ਅੱਗੋਂ ਦੀ ਲੈਣ ਆਇਆ ਹੈ। ਬੂਝਤ ਸਗਲੀ ਕੁਸ਼ਲ ਬਤਾਵਤ, ਹਾਂ, ਕਹਿੰਦੇ ਹਾਲ ਚਾਲ ਪੁੱਛਿਆ ਮਹਾਰਾਜ ਨੇ। ਬਾਬਾ ਧੀਰਮਲ ਨੇ ਕਿਹਾ ਮਹਾਰਾਜ ਸਾਹਿਬ ਤੁਹਾਡੀ ਕਿਰਪਾ ਹੈ। ਤੇ ਕੀਰਤਪੁਰ ਸਾਹਿਬ ਦਾ ਕੀ ਹਾਲ ਹੈ? ਮਹਾਰਾਜ ਕਹਿੰਦੇ ਉੱਥੇ ਵੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਭ ਠੀਕ ਹੈ। ਡੇਰਾ ਕਰਿਓ ਆਨ ਪਰਮਾਹੀ, ਮਹਾਰਾਜ ਸਤਵੇਂ ਪਾਤਸ਼ਾਹ ਜੀ ਕਰਤਾਰਪੁਰ ਨਗਰ 'ਚ ਆ ਵੜੇ ਹਨ ਤੇ ਨਗਰ ਵਿੱਚ ਡੇਰਾ ਕੀਤਾ ਹੈ। ਉਪਪਨ ਛਾਇਆ ਪਿਖ ਕਰਤਾਹੀ, ਗੁਰੂ ਦੇ ਬਾਗ ਵਿੱਚ ਬੜੀ ਸੰਘਣੀ ਛਾਇਆ ਹੈ, ਸੋਹਣੇ ਦਰਖਤ ਹਨ। ਸੂਰਬੀਰ ਫੌਜਾਂ ਗੁਰੂ ਦੀਆਂ ਉੱਥੇ ਘੋੜੇ ਬੰਨ੍ਹ ਦਿੱਤੇ ਦਰਖਤਾਂ ਥੱਲੇ। ਛਾਉਣੀ ਪੈ ਗਈ ਹੈ, ਥਾਂ ਥਾਈਂ ਸਿੱਖ ਬੈਠੇ ਹਨ। ਪੁੱਤਰੀ ਚੰਮੂ ਸਥਲ ਅਵਲੋਕਾ, ਗੁਰੂ ਦੀ ਫੌਜ ਨੇ ਸਾਫ ਸੁਥਰੀ ਥਾਂ ਵੇਖ ਕੇ ਆਪਣੇ ਘੋੜੇ ਲਾ ਦਿੱਤੇ ਹਨ, ਛਾਉਣੀ ਪਾ ਦਿੱਤੀ ਹੈ। ਹਰਖੇ ਹੇਰ ਨਗਰ ਕੇ ਲੋਕਾ, ਨਗਰ ਦੇ ਲੋਕ ਵੀ ਮਹਾਰਾਜ ਸਤਵੇਂ ਪਾਤਸ਼ਾਹ ਨੂੰ ਵੇਖ ਕੇ, ਗੁਰੂ ਸਾਹਿਬ ਦੀਆਂ ਫੌਜਾਂ ਵੇਖ ਕੇ ਬੜੇ ਖੁਸ਼ ਹੋਏ, ਕਿਉਂਕਿ ਜਦੋਂ ਦੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਮਾਰਿਆ ਸੀ, ਕਰਤਾਰਪੁਰ ਦਾ ਜੰਗ ਲੜਿਆ ਸੀ, ਉਸ ਤੋਂ ਬਾਅਦ ਫੌਜਾਂ ਇੱਥੇ ਆਈਆਂ ਨਹੀਂ।
ਉੱਦਾਂ ਤਾਂ ਚਲੋ ਬਾਬਾ ਧੀਰਮਲ ਵੀ ਥੋੜ੍ਹਾ ਬਾਲਾ ਸਾਜ ਸ਼ਿੰਗਾਰ ਰੱਖਦਾ ਸੀ ਰਾਜਿਆਂ ਮਹਾਰਾਜਿਆਂ ਤਰ੍ਹਾਂ, ਪਰ ਗੁਰੂ ਘਰ ਦੀ ਬਰਾਬਰੀ ਤਾਂ ਨਹੀਂ ਨਾ ਹੋ ਸਕਦੀ। ਤੋ ਮਹਾਰਾਜ ਦੀਆਂ ਫੌਜਾਂ ਆਈਆਂ 7ਵੇਂ ਪਾਤਸ਼ਾਹ ਦੀਆਂ, ਉਹਦਾ ਪ੍ਰਤਾਪ ਵੇਖ ਕੇ ਕਰਤਾਰਪੁਰ ਦੀਆਂ ਸੰਗਤਾਂ ਬਹੁਤ ਖੁਸ਼ ਹੋਈਆਂ ਹਨ। ਸਭ ਮਿਲ ਲੈ ਲੈ ਕਰ ਉਪਹਾਰੇ, ਸਾਰੇ ਉਪਹਾਰ ਭੇਟਾਵਾਂ ਲੈ ਲੈ ਕੇ ਆਨ ਧਰੀ ਸਤਿਗੁਰੂ ਅਗਾਰੇ। ਗੁਰੂ ਮਹਾਰਾਜ ਦੇ ਅੱਗੇ ਲਿਆ ਲਿਆ ਕੇ ਰੱਖਦੇ ਹਨ। ਮਹਾਰਾਜ ਨੂੰ ਮੱਥੇ ਟੇਕਦੇ ਨੇ। ਕੋਈ ਦੁੱਧ ਲੈ ਆਇਆ, ਕੋਈ ਦਹੀਂ ਦੇ ਘੜੇ ਭਰ ਕੇ, ਕੋਈ ਲੰਗਰ ਵਾਸਤੇ ਰਸਤਾਂ ਬਸਤਾਂ ਲਿਆਇਆ, ਤੇ ਕੋਈ ਸਾਧ ਸੰਗਤ ਜੀ ਮਾਇਆ ਦੇ ਗੱਫੇ ਭੇਟਾ ਕਰਦਾ ਹੈ। ਕਰ ਕਰ ਬੰਧਨ ਬੈਠੇ ਪਾਸ, ਮੱਥਾ ਟੇਕ ਟੇਕ ਕੇ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਬੈਠਣ ਲੱਗ ਪਈਆਂ। ਕਰਤਾਰਪੁਰ ਵਾਸੀ ਬਹੁਤ ਹੀ ਖੁਸ਼ ਹੋ ਗਏ। ਉਹਨਾਂ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਰਿਹਾ। ਕਹਿੰਦੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਘਰ ਬਹੁਤ ਚਿਰਾਂ ਬਾਅਦ ਆਏ ਹੈ। ਸੁਪਨ ਚਿੱਤਰ ਚਿੱਤਰ ਬਾਣਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਨੇ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਐਸੀ ਖੁਸ਼ੀ ਦਾ ਮਾਹੌਲ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਣਿਆ ਹੈ। ਦਰਸ਼ਨ ਕੀਨੋ ਅਨੰਤ ਪ੍ਰਕਾਸ਼। ਸਾਧ ਸੰਗਤ ਜੀ ਦੁਆਬੇ ਜਲੰਧਰ ਦੇ ਵਿੱਚ ਆਲੇ ਦੁਆਲੇ ਪਿੰਡਾਂ 'ਚ ਵੀ ਖਬਰ ਪਹੁੰਚ ਗਈ। ਉਹ ਵੀ ਸਿੱਖ ਕਰਤਾਰਪੁਰ ਇਕੱਠੇ ਹੋ ਗਏ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਸ਼੍ਰੀ ਹਰਿ ਰਾਏ ਸਭਨ ਕੈ ਸੰਗ, ਗੁਰੂ ਹਰਿਰਾਏ ਸਾਹਿਬ ਨੇ ਸਾਰੇ ਕਰਤਾਰਪੁਰ ਵਾਸੀਆਂ ਨਾਲ ਬਚਨ ਬਿਲਾਸ ਕੀਤੇ, ਉਹਨਾਂ ਦਾ ਹਾਲ ਚਾਲ ਪੁੱਛਿਆ ਹੈ। ਬੂਜੀ ਕੁਸ਼ਲ ਅਹ ਸਰਬੰਗ। ਸਾਰੇ ਬਜ਼ੁਰਗਾਂ ਨੂੰ, ਸਿੱਖਾਂ ਨੂੰ ਜਿਹੜੇ ਇੱਥੇ ਰਹਿੰਦੇ ਸਨ ਪੁਰਾਣੇ, ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਹਾਲ ਚਾਲ ਪਰਿਵਾਰ ਦੇ ਕਿੱਦਾਂ ਹਨ, ਬਾਲ ਬੱਚੇ, ਕਾਰੋਬਾਰ, ਖੇਤੀਬਾੜੀ, ਮਾਲ ਡੰਗਰ ਸਭ ਸੁੱਖ ਸ਼ਾਂਤ ਹੈ। ਇੱਕ ਸੁੱਖ ਸ਼ਾਂਤ ਪੁੱਛੀ ਹੈ। ਸੁਖ ਸੋ ਬਾਸ ਹੈ ਗੁਰਪੁਰ ਮੈਂ। ਮਹਾਰਾਜ ਦੀ ਨਗਰੀ ਹੈ ਭਾਈ, ਇਹ ਗੁਰੂ ਕੀ ਨਗਰੀ ਹੈ ਸ੍ਰੀ ਕਰਤਾਰਪੁਰ ਸਾਹਿਬ। ਕਰਤਾਰਪੁਰ ਕਰਤਾ ਬਸੇ ਸੰਤਨ ਕੇ ਪਾਸ। ਕੀ ਇਸ ਗੁਰੂ ਕੀ ਨਗਰੀ 'ਚ ਕੋਈ ਤਕਲੀਫ ਤਾਂ ਨਹੀਂ ਕਿਸੇ ਨੂੰ, ਕਿਸੇ ਨੂੰ ਕੋਈ ਤੰਗੀ ਤਾਂ ਨਹੀਂ। ਮਹਾਰਾਜ ਦੀ ਨਗਰੀ 'ਚ ਸਾਰੇ ਸੁਖੀ ਵਸਦੇ ਹਨ। ਕਹੋ ਜਥਾਰਥ ਜੈਸੇ ਉਰ ਮੈਂ। ਜਿਵੇਂ ਵੀ ਭਾਈ ਤੁਹਾਡੇ ਮਨ ਵਿੱਚ ਹੈ ਇੱਥੋਂ ਦੀ ਦੁੱਖ ਸੁੱਖ ਸਾਰੀ ਗੱਲ ਦੱਸੋ, ਕਿਉਂਕਿ ਸਾਧ ਸੰਗਤ ਜੀ ਜੈਸੇ ਪਿਤਾ ਆਪਣੇ ਮਾਂ ਬਾਪ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਨਾ, ਇੱਦਾਂ ਸਤਿਗੁਰੂ ਆਪਣੀਆਂ ਸੰਗਤਾਂ ਦਾ ਖਿਆਲ ਰੱਖਦੇ। ਆਪਣੇ ਸਿੱਖਾਂ ਦਾ ਲੋਕ ਪਰਲੋਕ ਸਵਾਰਨ ਵਾਲੇ ਜੋ ਹੋਏ ਸਤਿਗੁਰੂ। ਤੇ ਮਹਾਰਾਜ ਕਹਿੰਦੇ ਭਾਈ ਤੁਹਾਡੇ ਘਰਾਂ ਵਿੱਚ, ਤੁਹਾਡੇ ਨਗਰ ਵਿੱਚ, ਤੁਹਾਡੇ ਪਰਿਵਾਰਾਂ ਵਿੱਚ ਕੋਈ ਤੰਗੀ ਨਾ ਹੋਵੇ। ਤੋ ਦੱਸੋ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ, ਅਸੀਂ ਦੂਰ ਕਰਨ ਦਾ ਯਤਨ ਕਰਾਂਗੇ। ਗੁਰੂ ਪਤਾਮੇ ਨੇ ਰਣਕੀਨ। ਸਾਡੇ ਦਾਦਾ ਜੀ ਮਹਾਰਾਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪਾਤਸ਼ਾਹ ਨੇ ਇਸ ਧਰਤੀ ਤੇ ਬਹੁਤ ਸਮਾਂ ਗੁਜ਼ਾਰਿਆ ਹੈ। ਇੱਥੇ ਹੀ ਜੰਗ ਕਰਕੇ ਪੈਂਦੇ ਖਾਂ ਨੂੰ ਮਾਰਿਆ ਹੈ। ਪੁਨ ਚੜ ਗਏ ਨਰਨ ਸੁਖ ਚੀਨ। ਫਿਰ ਕਰਤਾਰਪੁਰ ਸਾਹਿਬ ਤੋਂ ਜੰਗ ਜਿੱਤ ਕੇ ਮਹਾਰਾਜ ਕੀਰਤਪੁਰ ਸਾਹਿਬ ਨੂੰ ਚਾਲੇ ਪਾ ਗਏ ਸਨ। ਤੁਰਕ ਸੈਨ ਪੁਨ ਆਵਹਿ ਨਾਹੀ। ਕਿਉਂਕਿ ਇੱਥੋਂ ਦੇ ਲੋਕ ਵਿਚਾਰੇ ਤੰਗ ਹੋਣਗੇ ਜੇ ਇੱਥੇ ਫੌਜ ਤੁਰਕਾਂ ਦੀ ਆਵੇਗੀ ਤੇ ਫਿਰ ਨੁਕਸਾਨ ਹੋਵੇਗਾ। ਇਸ ਕਰਕੇ ਇਸ ਨਗਰ ਨੂੰ ਬਚਾਉਣ ਵਾਸਤੇ ਮਹਾਰਾਜ ਨੇ ਪੈਂਤੜਾ ਬਦਲ ਲਿਆ, ਕੀਰਤਪੁਰ ਸਾਹਿਬ ਜਾ ਡੇਰੇ ਲਾਏ ਸਨ। ਇਸ ਹਿਤ ਗਏ ਕੀਰਤਪੁਰ ਮਾਹੀ। ਇਸ ਕਰਕੇ ਪਾਤਸ਼ਾਹ ਕੀਰਤਪੁਰ ਚਲੇ ਗਏ ਵੀ ਇੱਥੇ ਬਹੁਤ ਲਾਸ਼ਾਂ ਖਿਲਰ ਗਈਆਂ ਸਨ। 78,000 ਤੁਰਕ ਮਾਰਿਆ ਗਿਆ ਸੀ, ਉਹਨਾਂ ਦੀਆਂ ਲਾਸ਼ਾਂ ਇੱਥੇ ਖਿਲਰੀਆਂ ਪਈਆਂ। ਪੈਂਦੇ ਖਾਂ ਮਾਰਿਆ ਗਿਆ, ਉਹਦਾ ਜਵਾਈ ਉਸਮਾਨ ਖਾਂ ਮਾਰਿਆ ਗਿਆ, ਕਾਲੇ ਖਾਂ ਮਾਰਿਆ ਗਿਆ, ਇਸੇ ਤਰ੍ਹਾਂ ਕੁਤਬ ਖਾਨ ਮਾਰਿਆ ਗਿਆ। ਵੱਡੇ ਵੱਡੇ ਖਾਨ ਇੱਥੇ ਮਾਰੇ ਗਏ ਸਨ। ਪਿਤਾ ਬਸਾਇਓ ਨਗਰ ਉਦਾਰਾ। ਇਹ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ ਮਹਾਰਾਜ ਜੀ ਨੇ ਨਗਰ ਵਸਾਇਆ ਹੈ। ਸ਼ਾਂਤੀ ਦੇ ਪੁੰਜ ਹਨ ਸਤਿਗੁਰੂ 5ਵੇਂ ਪਾਤਸ਼ਾਹ ਜੀ। ਜਾਂ ਤੇ ਸੁਖਦੇਵਨ ਹਿਤ ਧਾਰਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਸੁਖ ਦੇਣਾ ਚਾਹਿਆ ਇਹਨਾਂ ਲੋਕਾਂ ਨੂੰ, ਇਸ ਧਰਤੀ ਦੇ ਲੋਕਾਂ ਨੂੰ। ਮਹਾਰਾਜ ਕਿਸੇ ਨੂੰ ਵੀ ਦੁੱਖ ਨਹੀਂ ਦਿੰਦੇ ਸਾਧ ਸੰਗਤ ਜੀ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਗੁਰੂ ਸਾਹਿਬ ਤਾਂ ਹਰ ਇੱਕ ਪ੍ਰਾਣੀ ਮਾਤਰ ਦਾ ਭਲਾ ਹੀ ਸੋਚਦੇ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ। ਪਰ ਜਿਹੜੇ ਲੋਕ ਗੁਰੂ ਦਾ ਬੁਰਾ ਸੋਚਦੇ ਉਹਨਾਂ ਦਾ ਆਪਣਾ ਹੀ ਬੁਰਾ ਹੋ ਜਾਂਦਾ ਹੈ। ਮਹਾਰਾਜ ਨੇ ਕਰਤਾਰਪੁਰ ਵਾਸੀਆਂ ਦਾ ਭਲਾ ਸੋਚਦਿਆਂ ਹੋਇਆਂ ਇੱਥੋਂ ਚਾਲੇ ਪਾ ਦਿੱਤੇ ਸਨ। ਸੁਨ ਸਭ ਹੂੰ ਕਰ ਜੋਰ ਉਚਾਰੀ। ਜਦੋਂ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਪਿਛਲੀ ਗੱਲ ਛੇੜੀ ਦਾਦਾ ਜੀ ਦੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਤਾਂ ਪਿੰਡ ਵਾਲਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਭ ਹੀ ਸੁਖ ਹੈ ਕਿਰਪਾ ਤੁਮਾਰੀ। ਮਹਾਰਾਜ ਆਪ ਜੀ ਦੀ ਕਿਰਪਾ ਨਾਲ ਇੱਥੇ ਸਭ ਸੁੱਖ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਪਵਿੱਤਰ ਹੋਈ ਧਰਤੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵਸਾਈ ਹੋਈ ਨਗਰੀ ਹੈ। ਇੱਥੇ ਹੁਣ ਆਪ ਜੀ ਵੀ ਆ ਗਏ ਹੋ। ਇਹ ਧਰਤੀ ਬੜੀ ਭਾਗਾਂ ਵਾਲੀ ਹੈ। ਤੁਹਾਡੀ ਕਿਰਪਾ ਨਾਲ ਇੱਥੇ ਕੋਈ ਤੰਗੀ ਨਹੀਂ ਹੈ। ਸਤਿਗੁਰ ਮਾਲਕ ਹੈ ਜਿਨ ਕੇਰੇ। ਮਹਾਰਾਜ ਜਿਨ੍ਹਾਂ ਦੇ ਮਾਲਕ ਆਪ ਹੋਵੋ, ਸਤਿਗੁਰੂ ਮਾਲਕ ਹੋਣ ਜਿਨ੍ਹਾਂ ਦੇ, ਕਿਮ ਸੰਕਟ ਤਿਨ ਆਵਤ ਨੇਰੇ। ਉਹਨਾਂ ਦੇ ਨੇੜੇ ਸੰਕਟ ਕਿਵੇਂ ਆ ਸਕਦਾ। ਬਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰੂ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਮਹਾਰਾਜ ਆਪ ਜੀ ਦੇ ਨਾਮ ਨਾਲ ਸਾਰੇ ਸੁੱਖ ਘਰ 'ਚ ਆ ਜਾਂਦੇ ਨੇ, ਬਿਘਨਾਂ ਦਾ ਨਾਸ ਹੋ ਜਾਂਦਾ ਹੈ। ਰੱਛਾ ਕਰਤ ਹੱਥ ਦੇ ਸਾਰੇ। ਆਪ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਹੋ। ਹੱਥ ਦੇ ਕੇ ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਪਾਰੇ। ਆਪਣੇ ਸੇਵਕਾਂ ਨੂੰ ਹੱਥ ਦੇ ਕੇ ਦੁੱਖਾਂ ਕਲੇਸ਼ਾਂ ਬਿਘਨਾਂ ਤੋਂ ਬਚਾਉਣ ਵਾਲੇ ਹੋ। ਲੋਕ ਪਰਲੋਕ ਕਸ਼ਟ ਨਿਰਵਾਰੇ। ਆਪਣੇ ਸਿੱਖਾਂ ਦੇ ਲੋਕ ਪਰਲੋਕ ਦੇ ਕਸ਼ਟ ਦੂਰ ਕਰ ਦਿੱਤੇ ਆਪ ਜੀ ਨੇ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਇਹ ਲੋਕ ਵਿੱਚ ਵੀ ਸੁਖੀ ਕਰ ਦਿੱਤਾ ਸਿੱਖਾਂ ਨੂੰ, ਪਰਲੋਕ ਵਿੱਚ ਵੀ ਸੁਹੇਲੇ ਕਰ ਦਿੱਤਾ ਹੈ। ਤੁਰਕ ਸੈਨ ਜਬ ਗਨ ਚੜ ਆਈ। ਮਹਾਰਾਜ ਜੀ ਜਦੋਂ ਤੁਰਕਾਂ ਦੀ ਫੌਜ ਚੜ੍ਹ ਕੇ ਆਈ ਸੀ ਨਾ, ਇੱਥੇ 78,000 80,000 ਫੌਜ ਲੈ ਕੇ ਆਇਆ ਸੀ। ਪੈਂਦੇ ਖਾਨ ਕਾਲੇ ਖਾਨ ਕਹਿੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਕੇ ਜਿਉਂਦਿਆਂ ਲੈ ਜਾਣਾ, ਉਹਨਾਂ ਨੂੰ ਸ਼ਹੀਦ ਕਰ ਦੇਣਾ। ਇਹ ਬੜੀ ਤਗੜੀ ਫੌਜ ਆਈ ਸੀ, ਬੜਾ ਵੱਡਾ ਤੂਫਾਨ ਆਇਆ ਸੀ। ਹਿਤ ਸ਼੍ਰੀ ਹਰਗੋਬਿੰਦ ਲੜਾਈ। ਗੁਰੂ ਹਰਗੋਬਿੰਦ ਸਾਹਿਬ ਨਾਲ ਯੁੱਧ ਕਰਨ ਵਾਸਤੇ ਨਿਮਕ ਹਰਾਮੀ ਹੋ ਗਿਆ ਸੀ ਪੈਂਦੇ ਖਾਂ। ਗੁਰੂ ਸਾਹਿਬਾਂ ਨੇ ਪੁੱਤਰਾਂ ਤਰ੍ਹਾਂ ਪਾਲਿਆ ਸੀ, ਪਰ ਗੁਰੂ ਘਰ ਦਾ ਲੂਣ ਖਾ ਕੇ ਤੁਰਕਾਂ ਨਾਲ ਰਲ ਗਿਆ, ਬੁੱਧੀ ਭ੍ਰਿਸ਼ਟ ਹੋ ਗਈ। ਉਹ ਆਪਣੀ ਔਕਾਤ 'ਤੇ ਉਤਰ ਆਇਆ। ਨਿਮਕ ਹਰਾਮੀ ਪੈਂਦੇ ਖਾਂ ਗੁਰੂ ਸਾਹਿਬ ਨੂੰ ਹੀ ਮਾਰਨ ਆ ਗਿਆ, ਛੇਵੇਂ ਪਾਤਸ਼ਾਹ ਨੂੰ। ਤੇ ਜਦੋਂ ਇੱਥੇ ਜੰਗ ਹੋਇਆ, ਸਗਰੋ ਨਗਰ ਬਚਾਵਨ ਕਰਿਆ। ਮਹਾਰਾਜ ਨੇ ਜੰਗ ਕੀਤਾ, ਉਹਦੇ ਨਾਲ ਆਪਣੇ ਨਗਰ ਦੇ ਕਿਸੇ ਬੰਦੇ ਨੂੰ ਝਰੀਟ ਨਹੀਂ ਆਉਣ ਦਿੱਤੀ। ਨਹੀਂ ਤਾਂ ਲੜਾਈ ਦੇ ਵਿੱਚ ਲੁੱਟਮਾਰ ਵੀ ਹੁੰਦੀ ਹੈ, ਮਾਲ ਡੰਗਰ ਲੁੱਟ ਲੈਂਦੇ ਨੇ, ਘਰਾਂ ਦੇ ਵਿੱਚ ਵੜ ਜਾਂਦੇ ਨੇ ਦੁਸ਼ਮਣ, ਤੇ ਸੋਨਾ ਚਾਂਦੀ ਮੰਜਾ ਬਿਸਤਰਾ ਕੁਛ ਨਹੀਂ ਛੱਡਦੇ, ਭਾਂਡਾ ਟੀਂਡਾ ਸਭ ਲੈ ਜਾਂਦੇ ਨੇ। ਕਈ ਵਾਰੀ ਬੱਚਿਆਂ ਬੀਬੀਆਂ ਬੁੱਢਿਆਂ ਨੂੰ ਮਾਰ ਦਿੰਦੇ ਨੇ, ਬੀਬੀਆਂ ਨੂੰ ਚੁੱਕ ਕੇ ਲੈ ਜਾਂਦੇ ਨੇ। ਇਹ ਲੜਾਈਆਂ ਵਿੱਚ ਆਮ ਹੁੰਦਾ, ਨੁਕਸਾਨ ਬਹੁਤ ਹੁੰਦਾ ਹੈ। ਪਰ ਛੇਵੇਂ ਪਾਤਸ਼ਾਹ ਨੇ ਇਹੋ ਜਿਹੀ ਰੱਖੀ ਕੀਤੀ, ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਭਾਈ। ਮਹਾਰਾਜ ਨੇ ਪਿੰਡ ਵਾਲਿਆਂ ਨੂੰ ਨਹੀਂ ਕੋਈ ਨੁਕਸਾਨ ਹੋਣ ਦਿੱਤਾ, ਨਾ ਕਿਸੇ ਦਾ ਮਾਲ ਡੰਗਰ ਦਾ ਨੁਕਸਾਨ ਹੋਇਆ, ਨਾ ਕਿਸੇ ਜੀ ਜੰਤ ਦਾ ਨੁਕਸਾਨ ਹੋਇਆ। ਜਿੰਨੇ ਵੀ ਪਿੰਡ ਵਾਲੇ ਨੇ ਮਹਾਰਾਜ ਨੇ ਹੱਥ ਦੇ ਕੇ ਬਚਾ ਲਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਂਬਲੀ ਨੇ ਰਿਪ ਕੋ ਦਲ ਬਾਹਰ ਪਰ ਹਰਿਓ। ਦੁਸ਼ਮਣ ਦੀ ਫੌਜ ਪਿੰਡ 'ਚ ਵੜਨ ਨਹੀਂ ਦਿੱਤੀ। ਬੜਾ ਜ਼ੋਰ ਲਾ ਲਾ ਕੇ ਆਉਂਦੇ ਸੀ ਪੈਂਦੇ ਖਾਨ, ਕਾਲੇ ਖਾਨ, ਉਸਮਾਨ ਖਾਨ, ਕੁਤਬ ਖਾਨ ਵਰਗੇ, ਵੀ ਅਸੀਂ ਇੱਕ ਵਾਰੀ ਨਗਰ 'ਚ ਵੜ ਜਾਈਏ ਤੇ ਨਗਰ 'ਚ ਵੜ ਕੇ ਤੇ ਅਸੀਂ ਮਹਾਰਾਜ ਦਾ ਡੇਰਾ ਵੀ ਲੁੱਟੀਏ ਤੇ ਲੋਕਾਂ ਦਾ ਵੀ ਮਾਲ ਡੰਗਰ ਪਿੰਡ ਵੀ ਲੁੱਟ ਲਈਏ। ਪਰ ਮਹਾਰਾਜ ਨੇ ਕਿਸੇ ਨੂੰ ਪਿੰਡ ਦੀ ਜੂਝ ਵੜਨ ਨਹੀਂ ਦਿੱਤਾ, ਬਾਹਰੋਂ ਬਾਹਰ ਹੀ ਭਜਾ ਦਿੱਤੇ। ਕਰਤ ਰਹੇ ਬਲ ਅਨਕ ਪ੍ਰਕਾਰੇ। ਤੁਰਕ ਬੜਾ ਜ਼ੋਰ ਲਾਉਂਦੇ ਰਹੇ ਮਹਾਰਾਜ, ਉਹਨਾਂ ਨੇ ਬੜੇ ਹੱਲੇ ਕੀਤੇ, ਬੜੇ ਜ਼ਬਰਦਸਤ ਹੱਲੇ ਕਰਦੇ ਸੀ ਵੀ ਪਿੰਡ 'ਚ ਵੜਾਂਗੇ, ਪਿੰਡ ਨੂੰ ਲੁੱਟਾਂਗੇ। ਪ੍ਰਵੇਸ਼ੇ ਪਰਤੇ ਵਹਿਰ ਨਿਕਾਰੇ। ਮਹਾਰਾਜ ਨੇ ਪਿੰਡ 'ਚ ਵੜਨ ਨਹੀਂ ਦਿੱਤੇ। ਜੇ ਕੋਈ ਥੋੜੇ ਦੋ ਚਾਰ ਅੰਦਰ ਬੜੇ ਮਾਰ ਮਾਰ ਕੇ ਬੁਥਾੜ ਭੰਨ ਦਿੱਤੇ, ਭਜਾ ਦਿੱਤੇ। ਪੈਂਦੇ ਖਾਂ ਘੋੜਾ ਟਪਾ ਕੇ ਕੰਧ ਤੋਂ ਉੱਤੋਂ ਦੀ ਆ ਗਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਵੀ ਝਟਕ ਦਿੱਤਾ ਸੀ। ਕੈ ਖੜਗਨ ਸੋ ਕਟਾ ਕਰੇ ਹੈ। ਕਹਿੰਦੇ ਤਲਵਾਰਾਂ ਨਾਲ, ਤੇਗਿਆਂ ਨਾਲ, ਖੰਡਿਆਂ ਨਾਲ ਝਟਕ ਦਿੱਤੇ, ਟੋਟੇ ਟੋਟੇ ਕਰ ਦਿੱਤੇ। ਕਰਤ ਹੇਲ ਤਤ ਕਾਲ ਮਰੇ ਹੈ। ਜਿਹੜੇ ਹੱਲੇ ਕਰ ਕਰਕੇ ਆਉਂਦੇ ਸੀ ਨਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਉੱਤੇ,
ਉਹ ਹੱਲੇ ਕਰਦੇ ਰਸਤੇ 'ਚ ਹੀ ਰਹਿ ਗਏ। ਸਿੱਖਾਂ ਦੇ ਤੀਰਾਂ ਨਾਲ ਪਰੋ ਛੱਡੇ ਬਾਬਾ ਬਿਧੀ ਚੰਦ ਜੀ, ਭਾਈ ਜਾਤੀ ਮਲਕ ਜੀ, ਬਾਬਾ ਗੁਰਦਿੱਤਾ ਜੀ, ਵੱਡੇ ਸੂਰਮੇ ਉੱਥੇ ਲੜ ਰਹੇ ਸਨ। ਰਣ ਵਿਸਾਲ ਤੇ ਸ਼ਸਤਰ ਪ੍ਰਹਾਰੇ। ਕਹਿੰਦੇ ਜੰਗ ਬਹੁਤ ਘਮਸਾਣ ਦਾ ਹੋਇਆ। ਇੱਕ ਪਾਸੇ 1800 ਸਿੱਖ ਸਨ ਤੇ ਇੱਕ ਪਾਸੇ 78,000 ਤੁਰਕਾਂ ਦੀ ਫੌਜ ਸੀ। ਸਿੱਖ ਥੋੜ੍ਹੇ ਸਨ, ਆਟੇ 'ਚ ਲੂਣ ਦੇ ਬਰਾਬਰ। ਤੁਰਕਾਂ ਦੀ ਫੌਜ ਸਮੁੰਦਰ ਦੀ ਤਰ੍ਹਾਂ ਉਮੜ ਕੇ ਆ ਗਈ ਸੀ। ਪਰ ਮਹਾਰਾਜ ਸਾਹਿਬ ਜੀ ਨੇ ਵੈਰੀ ਦੇ ਇਹੋ ਜਿਹੇ ਦੰਦ ਖੱਟੇ ਕੀਤੇ, ਇੰਨੀ ਤੁਰਕਾਂ ਦੀ ਫੌਜ ਮਾਰੀ, ਕੋਈ ਹਿਸਾਬ ਹੀ ਨਹੀਂ ਰਿਹਾ। ਸਤਿਗੁਰ ਜੋਧਾ ਬਲ ਮਹਿ ਭਾਰੇ। ਮਹਾਰਾਜ ਤੁਹਾਡੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਬਲੀ ਸਨ। ਉਹਨਾਂ ਵਰਗਾ ਬਲੀ ਜਵਾਨ ਦੁਨੀਆ 'ਤੇ ਨਹੀਂ ਵੇਖਿਆ ਕੋਈ। ਉਹਦਾ 7.5 ਮਣ ਸੱਚੇ ਪਾਤਸ਼ਾਹ ਦਾ ਭਾਰ ਸੀਗਾ ਤੇ ਪੈਂਦੇ ਖਾਂ ਵੀ ਓਡਾ ਹੀ ਜਵਾਨ ਸੀ। ਮਹਾਰਾਜ ਨੇ ਪਾਲਿਆ ਸੀ ਬੜੀ ਖੁਰਾਕ ਦੇ ਕੇ। ਪਰ ਜਦੋਂ ਪੈਂਦੇ ਖਾਂ ਦਾ ਹੱਥ ਫੜਦੇ ਸੀ ਤੇ ਮਚਕੋੜ ਕੇ ਰੱਖ ਦਿੰਦੇ ਸੀ ਤੇ ਪੈਂਦੇ ਦੀਆਂ ਚੀਕਾਂ ਨਿਕਲ ਜਾਂਦੀਆਂ ਸੀ। ਫਿਰ ਪੈਂਦਾ ਛਿੱਥਾ ਜਿਹਾ ਪੈ ਕੇ ਕਹਿ ਦਿੰਦਾ ਸੀ, ਮਹਾਰਾਜ ਤੁਸੀਂ ਕਰਾਮਾਤ ਨਾਲ ਦਬਾ ਲੈਂਦੇ ਹੋ। ਹੰਕਾਰੀ ਸੀ ਨਾ। ਮਹਾਰਾਜ ਕਹਿੰਦੇ ਜਿਵੇਂ ਮਰਜ਼ੀ ਸਮਝ ਲੈ, ਦਬਾ ਤਾਂ ਲੈਂਦੇ ਆ ਨਾ ਤੈਨੂੰ। ਸੋ ਐਡਾ ਬਲੀ ਮਹਾਰਾਜ 6ਵੇਂ ਪਾਤਸ਼ਾਹ ਦਾ ਸਰੂਪ ਸੀਗਾ। ਐਡੇ ਜਵਾਨ ਸੀ ਵੀ ਉੱਤੋਂ ਤਲਵਾਰ ਮਾਰ ਕੇ ਨਾ ਜਵਾਨ ਨੂੰ ਚੀਰ ਕੇ, ਘੋੜੇ ਦੀ ਕਾਠੀ ਚੀਰ ਕੇ ਥੱਲੇ 'ਤੇ ਲੰਘਾ ਦਿੰਦੇ ਸਨ। ਐਡੇ ਸੂਰਮੇ ਮਹਾਬਲੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਹਨ। ਸ਼੍ਰੀ ਗੁਰੂ ਅਰਜਨ ਨਗਰ ਬਸਾਇਓ। ਇਹ ਜਿਹੜੀ ਨਗਰੀ ਹੈ ਇਹ ਉਹਨਾਂ ਦੇ ਪਿਤਾ ਜੀ ਨੇ 5ਵੇਂ ਪਾਤਸ਼ਾਹ ਮਹਾਰਾਜ ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ, ਧੰਨ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ, ਉਹਨਾਂ ਨੇ ਇਹ ਨਗਰੀ ਕਰਤਾਰਪੁਰ ਵਸਾਈ ਹੈ ਜਲੰਧਰ ਦੇ ਕੋਲ। ਤਬ ਕੋ ਸੰਕਟ ਨੇਰ ਨ ਆਇਓ। ਮਹਾਰਾਜ ਜੀ ਜਦੋਂ ਦੀ ਮਹਾਰਾਜ 5ਵੇਂ ਪਾਤਸ਼ਾਹ ਨੇ ਨਗਰੀ ਵਸਾਈ ਹੈ ਨਾ, ਇਸ ਨਗਰੀ 'ਚ ਸੰਕਟ ਆਇਆ ਹੀ ਨਹੀਂ। ਜਿੱਥੇ ਗੁਰੂ ਸਾਹਿਬ ਜੀ ਜਾ ਬੈਠੇ ਹਨ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਉਦੋਂ ਦਾ ਕੋਈ ਕਸ਼ਟ ਅਸੀਂ ਤਾਂ ਨਹੀਂ ਵੇਖਿਆ ਇਸ ਨਗਰ ਦੇ ਵਿੱਚ। ਭਏ ਸਹਾਇਕ ਜਿਸ ਕਿਸ ਭਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਹਰ ਤਰ੍ਹਾਂ ਨਾਲ ਸਾਡੀ ਸਹਾਇਤਾ ਕਰਦੇ ਨੇ, ਸਾਡੇ ਅੰਗ ਸੰਗ ਰਹਿੰਦੇ ਨੇ। ਸਾਨੂੰ ਸਾਰੇ ਪਿੰਡ ਵਾਲਿਆਂ ਨੂੰ ਭਰੋਸਾ ਹੈ ਵੀ 5ਵੇਂ ਪਾਤਸ਼ਾਹ ਦਾ ਮਿਹਰਾਂ ਵਾਲਾ ਹੱਥ ਸਾਡੇ ਸਿਰ ਤੇ ਸਦਾ ਹੀ ਬਣਿਆ ਰਹੇਗਾ। ਜਾਨ ਆਪਣੇ ਲੇਤ ਬਚਾਏ। ਬੜੀਆਂ ਮੁਸੀਬਤਾਂ ਹੁੰਦੀਆਂ ਨੇ ਪਰ ਮਹਾਰਾਜ ਹੱਥ ਦੇ ਕੇ ਬਚਾ ਲੈਂਦੇ ਆ। ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵ ਲਾਈ। ਰਾਖ ਲੀਏ ਤਿਨ ਰਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਆਪਣੇ ਬਾਲਕ ਆਪ ਰਖਿਅਨ ਪਾਰ ਬ੍ਰਹਮ ਗੁਰਦੇਵ, ਸੁਖ ਸਾਂਦ ਸਹਿਜ ਆਨੰਦ ਭਏ ਪੂਰਨ ਭਈ ਸੇਵ। ਮਹਾਰਾਜ ਜੀ ਨੇ 5ਵੇਂ ਪਾਤਸ਼ਾਹ ਜੀ ਨੇ ਜੋ ਆਪਣੀ ਬਾਣੀ 'ਚ ਬਚਨ ਕਹੇ ਨੇ, ਉਹ ਮਹਾਰਾਜ ਉਸੇ ਤਰ੍ਹਾਂ ਹੀ ਸਾਡੀ ਰੱਖਿਆ ਕਰਦੇ ਹਨ। ਵੱਡੇ ਯਤਨ ਤੇ ਨਰ ਬੁਲਵਾਏ। ਹਾਂ, ਉਹਨਾਂ ਨੇ ਇਹ ਨਗਰ ਵਸਾਇਆ ਸੀ, ਬੜੇ ਯਤਨਾਂ ਨਾਲ ਲੋਕਾਂ ਨੂੰ ਬੁਲਾਇਆ ਸੀ। ਵੱਖਰੀਆਂ ਜਾਤਾਂ ਦੇ ਲੋਕ, ਤਰਖਾਣ, ਲੋਹਾਰ, ਨਾਈ, ਛੀਂਬੇ, ਘੁਮਿਆਰ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਸਾਰੀਆਂ ਜਾਤਾਂ ਦੇ ਲੋਕਾਂ ਨੂੰ ਇੱਥੇ ਬੁਲਾਇਆ ਵੀ ਰਹੋ ਭਾਈ, ਨਗਰ ਵਸਾਣਾ ਹੈ ਗੁਰੂ ਕੀ ਨਗਰੀ। ਉਦੋਂ ਸਾਧ ਸੰਗਤ ਜੀ ਵੱਖਰੀਆਂ ਜਾਤਾਂ ਦੇ ਲੋਕਾਂ ਨੂੰ ਇਸ ਕਰਕੇ ਬੁਲਾਉਂਦੇ ਸੀ ਵੀ ਆਪੋ ਆਪਣਾ ਕੰਮ ਲੋਕ ਕਰਦੇ ਸੀ। ਲੁਹਾਰੇ ਦਾ ਕੰਮ ਲੋਹੇ ਦਾ ਲੁਹਾਰ ਕਰਦੇ ਸੀ, ਲੱਕੜੀ ਦਾ ਤਰਖਾਣ ਕਰਦੇ ਸੀ, ਖੇਤੀਬਾੜੀ ਜੱਟ ਜ਼ਿਮੀਂਦਾਰ ਕਰਦੇ ਸੀ। ਇਸੇ ਤਰ੍ਹਾਂ ਨਾਈ ਜਿਹੜੇ ਹਨ ਲੋਕਾਂ ਦੇ ਘਰਾਂ ਵਿੱਚ ਬੁਤਕੀਆਂ ਕੱਢਦੇ, ਕੰਮਕਾਰ ਕਰਦੇ। ਛੀਂਬੇ ਜਿਹੜੇ ਹਨ ਉਹ ਕੱਪੜੇ ਰੰਗਦੇ, ਜੁਲਾਏ ਕੱਪੜੇ ਬੁਣਦੇ ਸਨ ਅਤੇ ਕੋਈ ਸਫਾਈ ਦਾ ਕੰਮ ਕਰਦਾ ਸੀ, ਕੋਈ ਮਰੇ ਹੋਏ ਡੰਗਰਾਂ ਨੂੰ ਸਾਂਭਦਾ ਸੀ। ਸਾਰੀਆਂ ਜਾਤਾਂ ਗੁਰੂ ਸਾਹਿਬ ਜੀ ਨੇ ਬੁਲਾਈਆਂ ਵੀ ਇੱਕ ਦੂਜੀ ਦੀ ਮਦਦ ਕਰਨਗੇ, ਜੋ ਲੋੜ ਦੇ ਮੁਤਾਬਕ ਆਪਣੇ ਕੰਮ ਚੱਲੀ ਜਾਣਗੇ। ਸਾਰੀਆਂ ਜਾਤਾਂ ਦੇ ਲੋਕ ਸਾਰੇ ਇੱਥੇ ਬੁਲਾ ਕੇ ਕਰਤਾਰਪੁਰ ਵਸਾਏ ਸਨ। ਦੇ ਹਿਤਪੁਰ ਵਿਖੇ ਵਸਾਏ। ਉਹਨਾਂ ਨੂੰ ਹੌਸਲਾ ਦਿੱਤਾ ਸੀ ਵੀ ਇਸ ਨਗਰ 'ਚ ਵਸੋ, ਤੁਹਾਡੇ ਅਸੀਂ ਰਾਖੇ ਬਣਾਂਗੇ। ਕਿਉਂਕਿ ਨਵੀਂ ਨਗਰੀ 'ਚ ਜਾ ਕੇ ਵਸਣਾ ਔਖਾ ਹੁੰਦਾ ਹੈ, ਫਿਰ ਉੱਥੇ ਟਾਈਮ ਲੱਗਦਾ, ਕਾਮਯਾਬ ਹੁੰਦੇ ਆ 2-4 ਸਾਲ 10 ਸਾਲ ਲੱਗ ਜਾਂਦੇ ਆ।
ਮਹਾਰਾਜ ਨੇ ਹੌਸਲੇ ਦਿੱਤੇ, ਭਾਈ ਧੀਰਜ ਰੱਖੋ, ਗੁਰੂ ਤੁਹਾਡਾ ਰਾਖਾ ਹੈ। ਇਸ ਤਰ੍ਹਾਂ ਹੌਸਲਾ ਦੇ ਕੇ ਕਰਤਾਰਪੁਰ ਨਗਰ ਵਸਾਇਆ ਸੀ। ਤਬ ਕੇ ਬਸਹਿ ਮਹਾ ਸੁਖ ਪਾਵਹਿ। ਉਸ ਦਿਨ ਤੋਂ ਇਹ ਨਗਰੀ ਵਸਦੀ ਹੈ ਤੇ ਮਹਾਨ ਸੁੱਖ ਦੀ ਪ੍ਰਾਪਤੀ ਇੱਥੇ ਮਿਲਦੀ ਸਾਨੂੰ। ਮਹਾਰਾਜ ਜੀ ਅਸੀਂ ਉਦੋਂ ਦੇ ਵਸ ਰਹੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਮੇਂ ਤੋਂ ਲਗਭਗ 50-60 ਸਾਲ 70 ਸਾਲ ਹੋ ਗਏ ਨਗਰ ਵਸਾਏ ਨੂੰ। ਇੱਥੇ ਸਾਨੂੰ ਕੋਈ ਤੰਗੀ ਨਹੀਂ ਹੈ। ਸ਼੍ਰੀ ਅਰਜਨ ਕੇ ਗੁਣ ਗਨ ਗਾਵਹਿ। ਔਰ ਇੱਥੇ ਰਹਿ ਕੇ ਅਸੀਂ ਗੁਰੂ ਅਰਜਨ ਦੇਵ ਜੀ ਦੇ ਗੁਣ ਗਾਉਂਦੇ ਹਾਂ, ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਵੀ ਉਹਨਾਂ ਨੇ ਸਾਨੂੰ ਇੱਥੇ ਬਿਠਾਇਆ ਸੀ ਤੇ ਅਸੀਂ ਆਰਾਮ ਨਾਲ ਇੱਥੇ ਬੈਠੇ ਹੋਏ ਹਾਂ। ਅਬ ਗਾਦੀ ਕੇ ਮਾਲਕ ਆਪ। ਹੁਣ ਮਹਾਰਾਜ ਉਹਨਾਂ ਦੀ ਗੱਦੀ ਦੇ ਉੱਤੇ ਆਪ ਜੀ ਬਿਰਾਜਮਾਨ ਹੋ। ਸਤਵੇਂ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਨੇ ਸਾਨੂੰ ਬਿਠਾਇਆ ਸੀ, ਛੇਵੇਂ ਪਾਤਸ਼ਾਹ ਨੇ ਸਾਡੀ ਰੱਖਿਆ ਕੀਤੀ ਸੀ। ਅੱਜ ਤੁਸੀਂ ਸਤਵੇਂ ਜਾਮੇ 'ਚ ਆ ਕੇ ਦਰਸ਼ਨ ਦਿੱਤੇ, ਸਾਡੀ ਸਾਰ ਲਈ ਹੈ। ਤਾਰੋਹ ਸ਼ਕਤ ਉਥਾਪਨ ਥਾਪ। ਮਹਾਰਾਜ ਤੁਸੀਂ ਭੰਨਣ ਘੜਨ ਸਮਰੱਥ ਹੋ, ਸਾਰੀ ਸ਼ਕਤੀ ਤੁਹਾਡੇ ਕੋਲ ਹੈ। ਤੁਸੀਂ ਇੱਕ ਛਿਨ ਦੇ 'ਚ ਥਾਪ ਸਕਦੇ ਹੋ ਤੇ ਛਿਨ ਵਿੱਚ ਉਥਾਪ ਸਕਦੇ ਹੋ। ਸਾਰੀ ਕਲਾ ਤੁਹਾਡੇ ਹੱਥ ਵਿੱਚ ਹੈ। ਸਤਿਗੁਰੂ ਜੀ ਕਿਰਪਾ ਰੱਖਿਆ ਜੇ। ਇਮਪੁਰ ਜਨ ਕੇ ਬਾਕਨ ਸੁਨੇ। ਇੱਦਾਂ ਪਿੰਡ ਵਾਲਿਆਂ ਦੀਆਂ ਬੇਨਤੀਆਂ ਨਗਰ ਨਿਵਾਸੀਆਂ ਦੀਆਂ ਸੁਣੀਆਂ ਹਨ। ਸ਼੍ਰੀ ਹਰਿ ਰਾਏ ਬੜਨ ਜਸ ਗੁਨੇ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੇ ਵੱਡਿਆਂ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਗੁਰੂ ਅਰਜਨ ਦੇਵ ਜੀ ਦਾ ਜਸ ਸਿੱਖਾਂ ਕੋਲੋਂ ਸੁਣਿਆ, ਸੁਨੇ ਚਹਤ ਗੁਣ ਬਹਰ ਤਿਨ ਹੋ ਕੇ। ਮਹਾਰਾਜ ਗੁਰੂ ਹਰਿਰਾਏ ਸਾਹਿਬ ਵੀ ਪ੍ਰੇਮਾ ਭਗਤੀ 'ਚ ਭਿੱਜ ਗਏ। ਕਹਿੰਦੇ ਸਾਨੂੰ ਹੋਰ ਸੁਣਾਓ। ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ, ਗੁਰੂ ਅਰਜਨ ਦੇਵ ਜੀ ਦੇ ਬਚਨ, ਗੁਰੂ ਹਰਗੋਬਿੰਦ ਸਾਹਿਬ ਦੇ ਬਚਨ, ਭਾਈ ਤੁਸੀਂ ਤੇ ਉਹਨਾਂ ਦੇ ਨਾਲ ਰਹੇ ਹੋ ਬਜ਼ੁਰਗੋ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਤਾਂ ਗੁਰੂ ਹਰਿਰਾਏ ਸਾਹਿਬ ਨੇ ਸਰੀਰ ਕਰਕੇ ਦਰਸ਼ਨ ਕੀਤੇ ਹੀ ਹੈ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਸਮਾਂ ਪਹਿਲਾਂ ਜੋਤੀ ਜੋਤ ਸਮਾ ਗਏ, ਸ਼ਹੀਦੀ ਪਾ ਗਏ ਸਨ। ਤੇ ਗੁਰੂ ਹਰਿਰਾਏ ਸਾਹਿਬ ਕਹਿੰਦੇ ਸਾਨੂੰ ਆਪਣੇ ਪੜਦਾਦਾ ਜੀ ਦੇ, ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਗੁਣਾਂ ਬਾਰੇ ਦੱਸੋ। ਪਰਨਨ ਕੀਨੇ ਪ੍ਰਥਮ ਜਨ ਹੋ ਕੇ। ਹਾਂ, ਜਿਨ੍ਹਾਂ ਨੇ ਦੇਖੇ ਹਨ, ਉਹ ਜਿਨ੍ਹਾਂ ਨੇ ਸੰਗਤ ਕੀਤੀ ਹੈ ਉਹਨਾਂ ਦੀ, ਉਹ ਤੁਸੀਂ ਗੁਣ ਸਾਨੂੰ ਦੱਸੋ ਉਹਨਾਂ ਦੇ। ਮਹਾਰਾਜ ਦੇ ਬਚਨ ਸੁਣਾਓ। ਕਿਉਂਕਿ ਜਿਹੜਾ ਗੁਰੂ ਕਾ ਸਿੱਖ ਹੈ ਨਾ ਸਾਧ ਸੰਗਤ ਜੀ, ਉਹ ਤਾਂ ਗੁਰੂ ਦੀਆਂ ਸਾਖੀਆਂ, ਗੁਰੂ ਦੇ ਬਚਨ ਸੁਣ ਸੁਣ ਕੇ ਖੁਸ਼ ਹੁੰਦਾ ਹੈ। ਗੁਰਬਾਣੀ 'ਚ ਵਾਕ ਆਉਂਦਾ, ਗੁਰਸਿੱਖਾਂ ਕੈ ਮਨ ਭਾਵੰਦੀ, ਗੁਰ ਸਤਿਗੁਰ ਕੀ ਵਡਿਆਈ। ਗੁਰਸਿੱਖਾਂ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੀ ਵਡਿਆਈ ਚੰਗੀ ਲੱਗਦੀ ਹੈ। ਸੇਵਕ ਸਿੱਖ ਸਭ ਵੇਖ ਵੇਖ ਜੀਵਨ, ਉਹਨਾਂ ਅੰਤਰ ਹਿਰਦੈ ਭਾਈ। ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ, ਉਹਦਾ ਆਪਣੇ ਗੁਰੂ ਦੀ ਵਡਿਆਈ ਸੁਣ ਸੁਣ ਵੇਖ ਵੇਖ ਜਿਉਂਦੇ ਨੇ। ਉਹਨਾਂ ਨੂੰ ਸਤਿਗੁਰਾਂ ਦੀ ਵਡਿਆਈ ਭਾਉਂਦੀ ਹੈ, ਚੰਗੀ ਲੱਗਦੀ ਹੈ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣੀ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਜਿਹੜੇ ਨਿੰਦਕ ਦੁਸ਼ਟ ਹਨ, ਉਹਨਾਂ ਨੂੰ ਮਹਾਰਾਜ ਦੀ ਵਡਿਆਈ ਚੰਗੀ ਨਹੀਂ ਲੱਗਦੀ। ਸੋ ਗੁਰੂ ਕੇ ਸਿੱਖ ਤਾਂ ਵਡਿਆਈ ਸੁਣ ਸੁਣ ਖੁਸ਼ ਹੁੰਦੇ ਆ। ਗੁਰੂ ਹਰਿਰਾਏ ਸਾਹਿਬ ਕਹਿੰਦੇ ਭਾਈ ਸਾਨੂੰ ਹੋਰ ਸੁਣਾਓ। ਸ਼੍ਰੀ ਅਰਜਨ ਪੂਰਬ ਕਿਮ ਆਏ। ਇਹ ਦੱਸੋ ਵੀ ਗੁਰੂ ਅਰਜਨ ਦੇਵ ਜੀ ਪਹਿਲੀ ਵਾਰ ਇੱਥੇ ਕਿਵੇਂ ਆਏ ਸੀਗੇ। ਇਹ ਕਰਤਾਰਪੁਰ ਦੀ ਧਰਤੀ ਮਹਾਰਾਜ ਨੇ ਕਿਵੇਂ ਭਾਗ ਲਾਏ ਸੀ ਗੁਰੂ ਸਾਹਿਬ ਜੀ ਨੇ। ਕਹਾਂ ਬੈਠ ਕਰ ਪਾਵਨ ਥਾਏ। ਪਹਿਲਾਂ ਮਹਾਰਾਜ ਇੱਥੇ ਕਿੱਥੇ ਬੈਠੇ ਸੀ, ਕਿਹੜੀ ਧਰਤੀ ਕਰਤਾਰਪੁਰ ਦੀ ਜਿੱਥੇ ਪਹਿਲਾਂ ਮਹਾਰਾਜ ਬੈਠੇ ਹਨ। ਕਿਮ ਇਹ ਪੁਰ ਕਰਤਾਰ ਬਸਾਇਓ। ਕਿਸ ਤਰ੍ਹਾਂ ਕਰਤਾਰਪੁਰ ਵਸਾਇਆ ਸੀ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਨੇ। ਅਪਰ ਬਾਸ ਹਿਤ ਮਹਿਲ ਚਨਾਇਓ। ਤੇ ਆਪਣੇ ਰਹਿਣ ਵਾਸਤੇ ਮਹਿਲ ਘਰ ਕਿਵੇਂ ਚੜਾਏ ਸਨ। ਜਿਹੜੇ ਘਰਾਂ ਵਿੱਚ ਬਾਬਾ ਧੀਰਮਲ ਜੀ ਰਹਿੰਦੇ ਨਾ, ਹੁਣ ਵੀ ਉਹ ਘਰ ਗੁਰੂ ਕੇ ਮਹਿਲ ਮੌਜੂਦ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਵੀ ਉੱਥੇ ਹੀ ਹੈ। ਮਹਾਰਾਜ ਕਹਿੰਦੇ ਇਹ ਪੰਜਵੇਂ ਪਾਤਸ਼ਾਹ ਨੇ ਕਿਵੇਂ ਬਣਾਏ ਸਨ ਮਹਿਲ। ਕਹੋ ਪ੍ਰਸੰਗ ਬਿਲੋ ਕਿਉ ਜੈਸੇ। ਸੋ ਸਾਰੀ ਕਥਾ ਸਾਨੂੰ ਸੁਣਾਓ, ਜੋ ਤੁਸੀਂ ਦੇਖਿਆ ਹੈ, ਜੋ ਤੁਸੀਂ ਸੁਣਿਆ ਹੈ, ਜੋ ਇੱਥੇ, ਉਹ ਸਾਰੀ ਕਥਾ ਸੁਣਾਓ। ਕਿਦੋਂ ਸੁਣਿਓ ਵੱਡਿਆਂ ਤੇ ਕੈਸੇ। ਜੋ ਵੱਡਿਆਂ ਤੋਂ ਸੁਣੀ ਹੈ ਉਹ ਵੀ ਦੱਸੋ। ਪੁਰ ਬਸਾਇਬੇ ਕੋ ਬ੍ਰਤਾਂਤ। ਇਹ ਨਗਰ ਵਸਾਇਆ ਕਿਵੇਂ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹ ਬਿਰਤਾਂਤ, ਉਹ ਕਥਾ ਸਾਨੂੰ ਸੁਣਾਓ। ਸ਼੍ਰੀ ਹਰਿ ਰਾਏ ਸਭ ਬੂਝੀ ਬਾਤ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਇਹ ਗੱਲ ਸੰਗਤਾਂ ਕੋਲੋਂ, ਸਿੱਖਾਂ ਕੋਲੋਂ, ਜਿਹੜੇ ਕਰਤਾਰਪੁਰ ਵਾਸੀ ਹਨ ਉਹਨਾਂ ਕੋਲੋਂ ਪੁੱਛੀ ਹੈ। ਸੁਨ ਕੈ ਪੁਰਜਨ ਸਕਲ ਵਿਚਾਰਾ। ਮਹਾਰਾਜ ਦੇ ਬਚਨ ਸੁਣ ਕੇ ਉਹ ਨਗਰ ਵਾਲੇ ਸਾਰੇ ਵਿਚਾਰ ਕਰਨ ਲੱਗੇ ਹਨ। ਹੇਤ ਸਨਾਵਨ ਬਦਨ ਉਚਾਰਾ। ਤੇ ਸਾਧ ਸੰਗਤ ਜੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਸਾਰੇ ਇਤਿਹਾਸ ਦੀ ਪੁਰਾਣੀ ਵਾਰਤਾ ਵੀ ਗੁਰੂ ਅਰਜਨ ਦੇਵ ਜੀ ਇੱਥੇ ਕਿਵੇਂ ਆਏ ਸੀਗੇ ਤੇ ਗੁਰੂ ਅਰਜਨ ਦੇਵ ਜੀ ਨੇ ਨਗਰ ਕਿਵੇਂ ਵਸਾਇਆ ਸੀ, ਉਹ ਕਥਾ ਗੁਰੂ ਹਰਿਰਾਏ ਸਾਹਿਬ ਜੀ ਦੇ ਪੁੱਛਣ ਤੇ ਸਿੱਖ ਦੱਸ ਰਹੇ ਆ। ਕਹਿੰਦੇ ਮਹਾਰਾਜ ਵੀ ਆਪ ਜੀ ਜਾਣੀ ਜਾਣੋ, ਆਪ ਜੀ ਨੂੰ ਅਸੀਂ ਕੀ ਦੱਸ ਸਕਦੇ ਹਾਂ, ਫਿਰ ਵੀ ਆਪ ਜੀ ਨੇ ਸਾਡੀ ਸੇਵਾ ਲਾਈ ਹੈ ਤਾਂ ਅਸੀਂ ਅਰਜ਼ ਕਰਦੇ ਹਾਂ। ਵੈਸੇ ਆਪ ਜੀ ਨੂੰ ਕੋਈ ਵੀ ਗੱਲ ਲੁਕੀ ਛੁਪੀ ਨਹੀਂ ਹੈ। ਦੇਖੋ ਸਾਧ ਸੰਗਤ ਜੀ ਕਿੱਦਾਂ ਦੀ ਭਾਵਨਾ ਵਾਲੇ ਗੁਰਸਿੱਖ ਸਨ। ਸਾਡੇ ਵਰਗੇ ਹੁੰਦੇ ਤਾਂ ਉਹਨਾਂ ਕਹਿਣਾ ਸੀ ਗੁਰੂ ਸਾਹਿਬ ਨੂੰ ਪਤਾ ਨਹੀਂ, ਅਸੀਂ ਦੱਸਦੇ ਹਾਂ। ਪਰ ਉਹਨਾਂ ਨੇ ਆਖਿਆ ਮਹਾਰਾਜ ਪਤਾ ਸਾਨੂੰ ਆਪ ਜੀ ਨੂੰ ਸਾਰਾ ਹੀ ਹੈ, ਪਰ ਆਪ ਜੀ ਨੇ ਸਾਡੇ ਕੋਲੋਂ ਸੁਣਨਾ ਚਾਹਿਆ, ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿੱਦਾਂ ਉਹਨਾਂ ਸਿੱਖਾਂ ਕੋਲੋਂ ਆਪਣੇ ਪੰਜਵੇਂ ਵੱਡੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਸਾਖੀ ਸੁਣ ਰਹੇ ਨੇ। ਕਰਤਾਰਪੁਰ ਕਿਵੇਂ ਵਸਾਇਆ ਸੀ, ਇਹ ਕੱਲ੍ਹ ਨੂੰ ਆਪਾਂ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।